ਸਤਿ ਸ੍ਰੀ ਅਕਾਲ ਜੀ। ANB ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੁਲਦੀਪ ਸਿੰਘ ਸਵਾਗਤ ਕਰਦਾ ਤੇ ਸ਼ੁਰੂਆਤ ਕਰਦੇ ਹਾਂ ਦੇ ਬੁਲੇਟਿਨ ਦੀ। ਪੰਜਾਬ ਕਾਂਗਰਸ ਦੇ ਵਿੱਚ ਨੇਤਾਵਾਂ ਦੁਆਰਾ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਨਵਜੋਤ ਸਿੰਘ ਸਿੱਧੂ ਜੋ ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਹਨ, ਉਹਨਾਂ ਦੁਆਰਾ ਪੰਜਾਬ ਕਾਂਗਰਸ ਦੇ ਦਲਿਤ ਨੇਤਾਵਾਂ ਦੇ ਨਾਲ ਅੱਜ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਚਰਚਾ ਹੈ ਕਿ ਪੰਜਾਬ ਦੇ ਦਲਿਤ ਨੇਤਾਵਾਂ ਤੋਂ ਪੰਜਾਬ ਦੇ ਦਲਿਤਾਂ ਦੀਆਂ ਮੰਗਾਂ ਅਤੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਜੋ 2022 ਦੀਆਂ ਚੋਣਾਂ ਆ ਰਹੀਆਂ ਨੇ, ਉਹ ਸਭ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਦਲਿਤ ਨੇਤਾਵਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ, ਕਿਉਂਕਿ ਪੰਜਾਬ ਦੇ ਵਿੱਚ ਤਕਰੀਬਨ 33% ਦਲਿਤ ਆਬਾਦੀ ਰਹਿੰਦੀ ਹੈ, ਜੋ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਆਪਣਾ ਅਹਿਮ ਰੋਲ ਨਿਭਾਉਂਦੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਦੁਆਰਾ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਇਸੇ ਲੜੀ ਤਹਿਤ ਅੱਜ ਨਵਜੋਤ ਸਿੰਘ ਸਿੱਧੂ ਦੁਆਰਾ ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਦੇ ਭਵਨ ਦੇ ਵਿੱਚ ਪੰਜਾਬ ਦੇ ਦਲਿਤ ਨੇਤਾਵਾਂ ਦੇ ਨਾਲ ਮੀਟਿੰਗ ਕੀਤੀ ਗਈ। ਚਰਚਾ ਹੈ ਕਿ ਮੀਟਿੰਗ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਦਲਿਤਾਂ ਦੀਆਂ ਜੋ ਮੰਗਾਂ ਨੇ, ਜੋ ਉਹਨਾਂ ਦੇ ਮੁੱਖ ਮੁੱਦੇ ਨੇ, ਉਸ ਨੂੰ ਲੈ ਕੇ ਚਰਚਾ ਕੀਤੀ ਗਈ ਹੈ, ਤਾਂ ਜੋ ਸਰਕਾਰ ਤੋਂ ਉਹ ਮੰਗਾਂ ਨੂੰ ਜਾਂ ਉਹਨਾਂ ਦੇ ਮੁੱਦਿਆਂ ਨੂੰ ਪੂਰਾ ਕਰਵਾਇਆ ਜਾ ਸਕੇ। ਪੰਜਾਬ ਦੇ ਵਿੱਚ ਜੇਕਰ ਜਨਸੰਖਿਆ ਪੱਖੋਂ ਦੇਖਿਆ ਜਾਵੇ ਤਾਂ ਦਲਿਤਾਂ ਦੀ ਆਬਾਦੀ ਬਹੁਤ ਵੱਡੀ ਜਿਹੜੀ ਸੰਖਿਆ ਗਈ 33% ਤਕਰੀਬਨ ਪੰਜਾਬ ਦੀ ਕੁੱਲ ਆਬਾਦੀ ਦੀ ਜਿਹੜੀ ਜਨਸੰਖਿਆ ਦਲਿਤਾਂ ਦੀ ਇੱਥੇ ਪੰਜਾਬ ਦੇ ਵਿੱਚ ਰਹਿੰਦੀ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਕੁਲਬੀਰ ਸਿੰਘ ਦੀਵਾਨ ਜੀ ਜੁੜ ਚੁੱਕੇ ਨੇ। ਕੁਲਬੀਰ ਜੀ, ਜੋ ਨਵਜੋਤ ਸਿੰਘ ਸਿੱਧੂ ਦੀ ਅੱਜ ਮੀਟਿੰਗ ਹੋਈ ਹੈ ਤੇ ਬਾਰੇ ਕੀ ਚਰਚਾ ਹੈ ਕਿ ਕਿਸ ਵਿਸ਼ੇ ਤੇ ਮੀਟਿੰਗ ਹੋਈ ਹੈ? देखो कुलदीप, दलित विधायकों के नाल दलित ਜਿਹੜੇ ਵਰਗ ਦੇ ਪਦਾਧਿਕਾਰੀ ਨੇ ਪੰਜਾਬ ਕਾਂਗਰਸ ਦੇ, ਉਹਨਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਦੂਜੀ ਮੀਟਿੰਗ ਜਿਹੜੀ ਹੈਗੀ ਹੈ ਉਹ ਹੋਈ ਹੈ। ਅੱਜ ਇਸ ਤੋਂ ਪਹਿਲਾਂ ਵੀ ਮੀਟਿੰਗ ਜਿਹੜੀ ਹੈਗੀ ਪ੍ਰਧਾਨ ਬਣਨ ਤੋਂ ਬਾਅਦ ਲੈ ਚੁੱਕੇ ਨੇ ਨਵਜੋਤ ਸਿੰਘ ਸਿੱਧੂ। ਤੇ ਤੁਹਾਨੂੰ ਯਾਦ ਹੋਏਗਾ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਲਿਤ ਨੇਤਾ ਜਿਹੜੇ ਕਾਂਗਰਸ ਦੇ ਨੇ ਪੰਜਾਬ ਦੇ, ਉਹਨਾਂ ਦੇ ਨਾਲ ਮੀਟਿੰਗ ਕੀਤੀ ਸੀ। ਯਾਨੀ ਦਲਿਤ ਜਿਹੜਾ ਵੋਟ ਬੈਂਕ ਹੈ ਪੰਜਾਬ ਦਾ, ਉਸ ਨੂੰ ਅੰਦੋਲਨ ਕੀਤਾ ਜਾ ਸਕਦਾ ਤੇ ਕਾਂਗਰਸ ਇਸ ਦਾ ਪੂਰਾ ਅਹਿਸਾਸ ਜਿਹੜਾ ਹੈਗਾ ਉਹ ਕਰ ਚੁੱਕੀ ਹੈ, ਕਿਉਂਕਿ 33% ਦੇ ਨੇੜੇ ਜਿਹੜੇ ਹੈਗੇ ਨੇ ਉਹ ਦਲਿਤ ਭਰਾ ਨੇ ਪੰਜਾਬ ਦੇ ਵਿੱਚ। ਯਾਨੀ ਕਿ ਇੱਕ ਨਿਰਣਾਇਕ ਭੂਮਿਕਾ ਦੇ ਵਿੱਚ ਦਲਿਤ ਵੋਟ ਬੈਂਕ ਪੰਜਾਬ ਦੇ ਵਿੱਚ ਹੈਗਾ। ਇਸ ਕਰਕੇ ਕਾਂਗਰਸ ਜਿਹੜੀ ਹੈਗੀ ਹੈ ਇਸ ਵੋਟ ਬੈਂਕ ਨੂੰ ਸਾਧਨ ਵਾਸਤੇ ਇਹਨਾਂ ਦੀਆਂ ਮੰਗਾਂ ਤੇ ਹੁਣ ਆਪਣਾ ਧਿਆਨ ਜਿਹੜਾ ਹੈਗਾ ਉਹ ਕੇਂਦਰਿਤ ਕਰ ਰਹੀ ਹੈ। ਤੁਹਾਨੂੰ ਯਾਦ ਹੋਏਗਾ ਤੋਂ ਪਹਿਲਾਂ ਕਈ ਵਾਰ ਜਿਹੜੇ ਦਲਿਤ ਨੇਤਾ ਨੇ ਪੰਜਾਬ ਕਾਂਗਰਸ ਦੇ, ਉਹ ਨੂੰ ਲੈ ਕੇ ਸਰਕਾਰ ਨਾਰਾਜ਼ਗੀ ਫੈਲਾ ਚੁੱਕੇ ਨੇ, ਜਿਸ ਕਰਕੇ ਸਰਕਾਰ ਨੂੰ ਜਿਹੜੇ ਹੈਗੇ ਆਪਣੇ ਹੀ ਨੇਤਾਵਾਂ ਪੱਖੋਂ ਕਾਫੀ ਜ਼ਿਆਦਾ ਜਿਹੜੀ ਹੈਗੀ ਹੈ ਇਹ ਕਿਹਾ ਜਾ ਰਿਹਾ ਕਿ ਵਿਰੋਧ ਜਿਹੜਾ ਹੈਗਾ ਉਹ ਕਰਨਾ ਪਿਆ ਸੀ। ਪਰੰਤੂ ਹੁਣ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਕਾਂਗਰਸ ਪਾਰਟੀ ਅਤੇ ਕਾਂਗਰਸ ਸਰਕਾਰ ਦਲਿਤ ਨੇਤਾਵਾਂ ਦੇ ਨੂੰ ਹੱਲ ਕਰਨ ਵਾਸਤੇ ਪ੍ਰਯਾਸ ਕਰ ਰਹੀ ਹੈ ਜਾਂ ਫਿਰ ਉਸ ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਨਿਸ਼ਚਿਤ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਸਮੇਂ ਦੇ ਵਿੱਚ ਕੁਲਬੀਰ ਸਿੰਘ ਜੀ, ਕਿਹੜੇ ਨੇਤਾਵਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਸ਼ਾਮਿਲ ਹੋਏ ਨੇ? ਕਿਉਂਕਿ ਪੰਜਾਬ ਕਾਂਗਰਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਡਾਕਟਰ ਰਾਜਕੁਮਾਰ ਚੱਬੇਵਾਲ, ਡਾਕਟਰ ਰਾਜਕੁਮਾਰ ਵੇਰਕਾ ਵਰਗੇ ਦਲਿਤ ਨੇਤਾਵਾਂ ਦੇ ਵਿੱਚ ਸ਼ਮੂਲੀਅਤ ਨੇ, ਤੇ ਚਰਨਜੀਤ ਸਿੰਘ ਚੰਨੀ ਵਰਗੇ ਵੀ ਪੰਜਾਬ ਦੇ ਵਿੱਚ ਮੰਤਰੀ ਨੇ ਜਿਹੜੇ ਦਲਿਤ ਨੇ। ਤੇ ਕਿਹੜੇ ਨੇਤਾਵਾਂ ਨੇ ਇਸ ਮੀਟਿੰਗ ਦੇ ਵਿੱਚ ਭਾਗ ਲਿਆ ਜਾਂ ਕਿਹੜੇ ਲੀਡਰ ਇੱਥੇ ਪਹੁੰਚੇ ਨੇ? ਦੇਖੋ, ਜਿੰਨੇ ਵੀ ਦਲਿਤ ਨੇਤਾ ਹੈਗੇ ਪੰਜਾਬ ਕਾਂਗਰਸ ਦੇ, ਉਹਨਾਂ ਨੂੰ ਸਾਰਿਆਂ ਨੂੰ ਹਾਲਾਂਕਿ ਸੱਦਿਆ ਗਿਆ ਸੀ, ਪਰੰਤੂ ਜਿਸ ਤਰ੍ਹਾਂ ਦੇ ਨਾਲ ਮੈਂ ਕਿਹਾ ਕਿ ਇਹ ਦੂਜੀ ਮੀਟਿੰਗ ਸੀ। ਬਹੁਤ ਸਾਰੇ ਨੇਤਾ ਜਿਹੜੇ ਹੈਗੇ ਨੇ ਉਹ ਪਹਿਲੀ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਚੁੱਕੇ ਸਨ। ਜਿਸ ਤਰ੍ਹਾਂ ਦੇ ਨਾਲ ਚਰਨਜੀਤ ਸਿੰਘ ਚੰਨੀ ਮੰਤਰੀ ਜਿਹੜੇ ਹੈਗੇ ਨੇ, ਉਹਨਾਂ ਦੇ ਤੁਸੀਂ ਜ਼ਿਕਰ ਕੀਤਾ, ਉਹ ਅੱਜ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਸਨ, ਪਰੰਤੂ ਸਾਧੂ ਸਿੰਘ ਧਰਮਸੋਤ ਦੇ ਵਿੱਚ ਸ਼ਾਮਿਲ ਸਨ। ਡਾਕਟਰ ਰਾਜਕੁਮਾਰ ਵੇਰਕਾ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸਨ। ਇਸ ਤੋਂ ਇਲਾਵਾ ਹੋਰ ਕਈ ਵਿਧਾਇਕ, ਕੁਲਦੀਪ ਵੈਦ ਦੀ ਗੱਲ ਕਰੀਏ ਜਾਂ ਹੋਰ ਵਿਧਾਇਕ ਜਿਹੜੇ ਹੈਗੇ ਨੇ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਤੇ ਉਹਨਾਂ ਨੇ ਆਪਣੇ ਜਿਹੜੇ ਦਲਿਤ ਦੇ ਮੁੱਦੇ ਨੇ ਜਾਂ ਫਿਰ ਜਿਹੜੀਆਂ ਦਲਿਤਾਂ ਦੇ ਨਾਲ ਵਾਅਦੇ ਜਿਹੜੇ ਹੈਗੇ ਨੇ ਉਹ ਸਰਕਾਰ ਕਾਂਗਰਸ ਦੀ ਪਾਰਟੀ ਵੱਲੋਂ ਕੀਤੇ ਗਏ ਸਨ ਸਰਕਾਰ ਬਣਨ ਤੋਂ ਪਹਿਲਾਂ, ਉਹ ਵਾਅਦੇ ਉਹ ਅੱਜ ਫਿਰ ਯਾਦ ਕਿ ਉਹਨਾਂ ਵਾਅਦਿਆਂ ਨੂੰ ਪੂਰਾ ਕੀਤੇ ਬਿਨਾਂ ਦਲਿਤ ਵੋਟ ਜਿਹੜੀ ਹੈਗੀ ਹੈ ਉਹ ਕਾਂਗਰਸ ਨੂੰ ਪੈਣੀ ਜਿਹੜੀ ਹੈਗੀ ਉਸ ਵਿੱਚ ਮੁਸ਼ਕਿਲਾਂ ਆ ਸਕਦੀਆਂ ਨੇ। ਇਸ ਕਰਕੇ ਇਹ ਮੀਟਿੰਗ ਦੇ ਵਿੱਚ ਸਾਫ਼ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਗਿਆ ਹੈ ਦਲਿਤ ਨੇਤਾਵਾਂ ਵੱਲੋਂ ਕਿ ਦਲਿਤਾਂ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਤੁਰੰਤ ਹੱਲ ਕਰਨ ਵਾਸਤੇ ਸਰਕਾਰ ਜਿਹੜੇ ਹੈਗੇ ਉਪਰਾਲੇ ਕਰੇ। ਇਸ ਦੇ ਦਿਸ਼ਾ ਵੱਲ ਕਦਮ ਚੁੱਕੇ ਤਾਂ ਕਿ ਆਉਣ ਵਾਲੇ ਵਿਧਾਨ ਸਭਾ ਦੇ ਵਿੱਚ ਦਲਿਤ ਵੋਟ ਬੈਂਕ ਜਿਹੜਾ ਹੈਗਾ ਉਹ ਕਾਂਗਰਸ ਦੇ ਪੱਖ ਦੀ ਰੱਖਣਾ ਮਦਦਾਨ ਕਰਦਾ। ਜੀ ਬਿਲਕੁਲ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਮੀਟਿੰਗ ਕੀਤੀ ਗਈ ਹੈ। ਇਸ ਤਮਾਮ ਜਾਣਕਾਰੀ ਦੇ ਲਈ ਬਹੁਤ ਧੰਨਵਾਦ ਕੁਲਬੀਰ ਜੀ। शिव सेना सांसद संजय राउत ने प्रैस कॉन्फ्रेंस करते हुए कहा कि नीतीश कुमार ने जो पैगासस मामले ते बयान दिता है वो उसका स्वागत करते हैं। इस दे नाल ही उन्होंने कहा कि सरकार नूं विरोधियों की आवाज़ सुननी चाहिए है।
एयरपोर्ट के बाहर अडानी के नाम के बोर्ड की तोड़-फोड़ नूं लैके उन्होंने कहा कि जेकर कोई कंपनी अपना नाम का ब्रांड वरतेगी ਜਾਂ शिवाजी का अपमान करेगी तो यह शिव सेना कदे भी बर्दाश्त नहीं करेगी। नीतीश कुमार जी इस देश के बहुत बुजुर्ग और बड़े नेता, अनुभवी नेता है। उनकी पूरी जिंदगी विपक्ष में गई है। हम उनको हमेशा सम्मान करते हैं। पेगासस जासूसी का विषय ये राष्ट्रीय सुरक्षा से जुड़ा हुआ मामला है। हम सब लोग लगभग 7-8 दिन से पार्लियामेंट में दोनों सदनों में इस बारे में सरकार से सवाल पूछना चाहते हैं। सरकार देश की बात, देश के मन की बात नहीं सुनना चाहती। हम तो सरकार के मन की बात हमेशा सुनते आए हैं, लेकिन हमारे मन की बात कोई सुनना नहीं चाहता। लेकिन मैं नीतीश कुमार जी का बहुत ही आभारी हूं कि वो आज एनडीए के घटक है, सरकार के साथ है, लेकिन उनका आत्मा आज भी हमारे साथ भटक रहा है। और हमारे मन की बात, विपक्ष के मन की बात नीतीश कुमार जी के मुंह से निकली है। अब मुझे लगता है सरकार उनकी बात सुनेगी और ये चर्चा का मौका सदन में हमें मिलेगा। धन्यवाद नीतीश कुमार जी, मैं आपका बहुत आभारी हूँ। देखिए, बात ऐसी है कि राहुल जी से मेरी कल बातचीत हुई, अच्छी मुलाकात हो गई। बहुत सी बातों पर हमने चर्चा की है, देश की राजनीति के बारे में, महाराष्ट्र के बारे में। और इस सत्र के दौरान बार बार राहुल गांधी जी विपक्ष के नेताओं से मिलते भी रहे हैं। मैं इतना ही कहूँगा, प्रधानमंत्री तो एनडीए के सांसदों को हमेशा चाय को बुलाते हैं, हमेशा विपक्षों को दूर रखा जाता है। प्रधानमंत्री तो सभी के होते हैं, ना विपक्ष के होते हैं ना बीजेपी के होते हैं, लेकिन हमको कभी चाय को नहीं बुलाया। बुलाना चाहिए था, हमसे बात करनी चाहिए थी। तो शायद राहुल गांधी जी ने ये बात नोटिस की होगी और हम सबको, विपक्ष को, सभी सांसदों को, हमको तो बुलाते हैं, हम फ्लोर लीडर है, विपक्ष को बुलाया है और ये अच्छा एक कदम उठा राहुल जी ने। मैं उनका भी स्वागत करूँगा। वापस करेंगे ऐसी बात अगर किसी महाराष्ट्र में छत्रपति। फिलहाल बेला हो चुका एक ब्रेक का, तो मिलते हैं ब्रेक तो बाद। ब्रेक तो बाद दर्शकों का स्वागत है। रुख करते अगली खबर का। कांग्रेसी नेता राजीव शुक्ला ने भारतीय हाकी टीम बारे बोलते हुए कहा कि टीम ने बहुत वधिया प्रदर्शन किया और टीम का सैमीफाइनल के पहुंचना ही बहुत बड़ी प्राप्ति है। इस दे नाल ही उन्होंने कहा कि जेकर टीम नूं हार मिली है तो टीम नूं किसी तरीके नाल नाराज़ नहीं होना चाहिए। सगों इस दे नाल ही सर्वदलीय मीटिंग के बारे बोलते हुए उन्होंने कहा कि सारी विरोधी पार्टियां मुद्दों नूं लैके एक हन और मीटिंग के विच पैगासस, महंगाई, बेरोजगारी और देश के होर मुद्दों पर चर्चा की गई। ये हॉकी मैच हार गए सेमीफाइनल में, लेकिन मेरा अपना मानना है कि खूब लड़ी मर्दानी वो तो झांसी वाली रानी थी। जिस हिम्मत से, जिस जज्बे से और जिस मेहनत से उन्होंने यहाँ तक पहुंचाया, उसके लिए उनको सलाम है। उनको दिल नहीं इस मामले में खोना चाहिए। आगे हम जरूर जीतेंगे। आज हम यहाँ तक पहुंचे, एक पायदान चढ़िए, कल हम जो फाइनल पायदान है उस पर भी चढ़ेंगे अगली बार। और निश्चित रूप से इन लड़कों ने कमाल किया है। उन सबको इसके लिए भी हम मुबारकबाद देते हैं, सेमीफाइनल तक पहुंचे। नहीं, ये विपक्षी एकता के लिए बहुत बड़ी धुरी है आज की मीटिंग है। सारा विपक्ष एकजुट होने का संकल्प ले चुका है, जो दशकों बाद हो रहा है। जब कोई सरकार बहुत अति करती है तो समूचा विपक्ष एकजुट होकर उससे लड़ता है, और आज ये उसी का प्रदर्शन है। तमाम जितने पेगासस कांड हो, वो मुद्दा जो जासूसी कांड है, इसके अलावा महंगाई सबसे बड़ा मुद्दा, पेट्रोल डीजल की कीमतें आसमान छू रही हैं, वो एक बहुत बड़ा मुद्दा है। बेरोजगारी एक बहुत बड़ा मुद्दा है और सरकार किसी भी चीज पर स्पष्ट होकर विपक्ष की बात सुनने को तैयार नहीं है। दिल्ली के मुख्यमंत्री अरविंद केजरीवाल ने प्रेस कॉन्फ्रेंस करते हुए कहा कि दिल्ली सरकार ने बहुत सारे खेत्रों के बहुत चंगा काम किया है। इस दे नाल ही उन्होंने कहा कि सरकार ने सेहत, सिक्ख्या, बिजली को लैके दिल्ली के बहुत चंगा काम किया है। कैपिटा इनकम सिंगापुर के बराबर लेके जाएंगे, या मैं कहूं कि हम 2048 के ओलंपिक के लिए बिड करेंगे।
These are some things which are a little long term. ये कल अचीव नहीं हो सकती, ये 1 साल में अचीव नहीं हो सकती, ये 2 साल में अचीव नहीं हो सकती। लेकिन अगर मैं कहूं कि हम 24 घंटे दिल्ली में पानी देंगे, ये 2047 तक वेट नहीं करना चाहिए। This should happen in next 1 year, 2 years, 3 years. कम से कम अगले चुनाव के पहले तो दिल्ली के अंदर 24 घंटे पानी मिलना ही चाहिए। समस्याओं का समाधान ढूंढने का हम ईमानदारी से एफर्ट करते हैं। पिछले 5 साल के हमारे एक्सपीरियंस ने ये दिखाया कि समाधान निकाले जा सकते हैं, समाधान ढूंढे जा सकते हैं। इच्छा शक्ति चाहिए, विल पावर चाहिए, पॉलिटिकल विल चाहिए। अभी जैसे बनमाली साहब भी ये कह रहे थे कि टेक्नोलॉजिकल सॉल्यूशंस तो मिल जाएंगे, टेक्नोलॉजिकल सॉल्यूशंस तो अवेलेबल हैं। आज दुनिया इतनी प्रगति कर चुकी है कि कोई भी समस्या हो उसका समाधान निकल सकता है। उस समाधान को इम्प्लीमेंट करना है हम लोगों को। पिछले 5 साल के अंदर कुछ सेक्टर्स में दिल्ली सरकार ने अच्छे एफर्ट्स किए। शिक्षा के क्षेत्र में बहुत अच्छा एफर्ट किया। आज मुझे कहते हुए अभी परसों 12वीं क्लास के नतीजे आए हैं और आपको ये जान के ताज्जुब होगा कि हमारे दिल्ली सरकार के स्कूलों के, दिल्ली सरकारी स्कूलों के नतीजे 99.97%, 99.97% आज तक कभी 70 साल में भारत के इतिहास में सुना नहीं होगा सरकारी स्कूलों के नतीजे। और पिछले 5 साल से दिल्ली के सरकारी स्कूलों के नतीजे प्राइवेट से ज्यादा अच्छे आ रहे हैं। उसी तरह से हेल्थ के क्षेत्र में काफी अचीवमेंट्स हुए। दिल्ली के सरकारी अस्पतालों की बहुत बुरी हालत थी, सरकारी अस्पताल ठीक किए गए। मोहल्ला क्लिनिक्स का एक बहुत बड़ा नेटवर्क तैयार किया गया, पॉलीक्लिनिक्स का एक बहुत बड़ा नेटवर्क तैयार किया गया। एक तरह से सुरक्षा चक्र, हेल्थ सुरक्षा चक्र हर सिटीजन को मिला है, क्योंकि हमने दिल्ली के अंदर हर नागरिक का पूरा इलाज मुफ्त कर दिया है। उसके लिए फंड्स जुगाड़े, जहां से भी फंड्स जुगाड़े, लेकिन अब दिल्ली में कोई भी आदमी ये नहीं कह सकता कि मैं बीमार हूं, मेरे को 15 लाख रुपए, मैं कैंसर है, मेरे को इतनी बड़ी बीमारी है, मेरे को 15 लाख रुपए लगेंगे इलाज के। उसके जितने मर्जी लगे पैसे इलाज के, वो अस्पताल में जाके सरकारी अस्पताल में अच्छा इलाज होगा, इसकी भी गारंटी है। इलेक्ट्रिसिटी के क्षेत्र में बहुत शानदार काम किया। मेरे को याद है 2015 में हमारी सरकार बनी थी और 2014 की गर्मियां मुझे याद हैं, जब 7-7, 8-8 घंटे के पावर कट लगते थे दिल्ली के अंदर। आज दिल्ली में 24 घंटे बिजली आती है और इसमें हमने बिजली कंपनियों के साथ मिलके, वही बिजली कंपनियां हैं, सेम है, जस्ट दैट पॉलिटिकल विल आज है। बिजली कंपनियों के साथ मिलके 2015 से लेके अगले 2-3 साल तक मेरे को याद है हमने खड़े होके ट्रांसफार्मर चेंज कराए, केबल चेंज कराई, जो पुराने हो गए थे सब ठीक करके आज दिल्ली में 24 घंटे बिजली मिलती है। हमारी सरकार लॉस में नहीं चल रही है, अब हम प्रॉफिट में चल रहे हैं, दिल्ली सरकार प्रॉफिट में चल रही है। तो हमने एक प्रोजेक्ट के अंदर, चाहे उसको टेक्नोलॉजी यूज करके या फाइनेंशियल स्ट्रक्चर यूज करके, ईमानदारी से सरकार चल रही है। हमारी नीयत अच्छी थी, इसलिए हर प्रोजेक्ट के अंदर हमने पैसे बचाए हैं और उस तरह से हमने सरकार को एक तरह से फाइनेंशियली सस्टेनेबल। और टीम आर्मी ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਨੇ ਦਿੱਲੀ ਦੇ ਵਿੱਚ 9 ਸਾਲਾ ਬੱਚੀ ਦਾ ਰੇਪ ਕਰਨ ਤੋਂ ਬਾਅਦ ਹੱਤਿਆ ਕਰਨ ਦੇ ਰੋਸ ਵਜੋਂ ਸਰਕਾਰ ਖਿਲਾਫ ਧਰਨਾ ਦਿੱਤਾ। ਇਸ ਮੌਕੇ ਚੰਦਰ ਸ਼ੇਖਰ ਆਜ਼ਾਦ ਨੇ ਕਿਹਾ ਕਿ ਦਿੱਲੀ ਸਰਕਾਰ ਫੇਲ ਹੋ ਚੁੱਕੀ ਹੈ ਤੇ ਸਰਕਾਰ ਦੀ ਕਾਨੂੰਨ ਵਿਵਸਥਾ ਵੀ ਡਗਮਗਾ ਚੁੱਕੀ ਹੈ। ਇਸ ਕਰਕੇ ਦੇਸ਼ ਦੀ ਰਾਜਧਾਨੀ ਦੇ ਵਿੱਚ ਰੇਪ ਵਰਗੀਆਂ ਘਟਨਾਵਾਂ ਹੋ ਰਹੀਆਂ ਨੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਨੂੰ ਦੋਸ਼ੀਆਂ ਖਿਲਾਫ ਬਣਦੀਆਂ ਧਾਰਾਵਾਂ ਮੁਤਾਬਕ ਮਾਮਲਾ ਦਰਜ करना चाहिए है तो दोषियों को फांसी की सज़ा देनी चाहिए है। देखिए, मैं समझता हूं कि ये निकम्मी सरकार है। कानून व्यवस्था यहाँ खत्म हो चुकी है। अगर कानून व्यवस्था होती तो देश की राजधानी में अगर बच्चों के साथ ये हो रहा है तो आज समझिए कि देश से बाहर, देश के अंदर जो गांव देहात है वहां क्या क्या नहीं सहते होंगे हम लोग। तो मैं समझता हूं कि मुख्यमंत्री जी को, जो यहीं रहते हैं दिल्ली में, और चंद मुझे लगता है 10-20 मिनट की दूरी पर रहते हैं यहाँ से, उनको आना चाहिए था पीड़ित परिवार के बीच। और ये दिल्ली की हाईटेक पुलिस है, इसका ये हाल है कि वो माँ ने बताया बच्ची की कि उसको पीटा गया जब वो थाने गई, तो पीड़ितों को पीटने वाले के लिए पीट के कौन सा न्याय देंगे। हाथरस का जख्म हरा है और एक और नया जख्म, क्योंकि कानून का दुरुपयोग हो रहा है। सत्ता में बैठे लोग अपराधियों को सपोर्ट कर रहे हैं, इस वजह से ये अन्याय बढ़ रहा है। अगर इन पे ठोस कार्रवाई होती तो मुझे लगता कि आज ये बेटी को ये हमारे बीच से ना जाती, इसको ना छीना जाता। देखिए, फास्ट ट्रैक कोर्ट में मुकदमा चलना चाहिए और इसकी ठोस जांच होनी चाहिए, क्योंकि जिस तरह से अब ये हुआ है
इसमें क्या क्या सबको जला देगा, कैसे क्या प्रूफ करेंगे, यानी कि अपराधी साथी रहे, तो इसकी गंभीर जांच होनी चाहिए और जिसमें परिवार संतुष्ट और जो संबंधित धाराएं उन पर मुकदमा दर्ज हो, आरोपी जो है उन पर सख्त कार्रवाई हो, वो लोग जेल में रहें और उनको सजा मिले। मेरी मांग है कि ਭਾਰਤੀ ਪੁਰਸ਼ ਹਾਕੀ ਟੀਮ ਦੇ ਸੈਮੀਫਾਈਨਲ ਦੇ ਵਿੱਚ ਜਾਣ ਤੋਂ ਬਾਅਦ ਮੈਚ ਹਾਰਨ ਦੇ ਬਾਰੇ ਬੋਲਦੇ ਹੋਏ ਧਿਆਨ ਚੰਦ ਦੇ ਪੁੱਤਰ ਦੇ ਸਾਬਕਾ ਹਾਕੀ ਕਪਤਾਨ ਅਸ਼ੋਕ ਧਿਆਨ ਚੰਦ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਟੀਮ ਨੇ ਬਹੁਤ ਵਧੀਆ ਮੈਚ ਖੇਡਿਆ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਭਾਰਤੀ ਟੀਮ ਤੋਂ ਸਾਰੇ ਦੇਸ਼ ਅਤੇ ਪ੍ਰਧਾਨ ਮੰਤਰੀ ਨੂੰ ਬਹੁਤ ਉਮੀਦਾਂ ਸਨ, ਪਰ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਮੈਚ ਟੀਮ ਨੇ ਅੰਤ ਦੇ ਵਿੱਚ ਹਾਰ ਗਈ। वाकई में जैसा आपने उम्मीद की बात करी है, सारे देश को उम्मीद थी और मैं ये मान कर चलता हूँ, ये समझता हूँ कि आज भारत के का ये मैच जो है बेल्जियम के खिलाफ भारत ने खेला है, इसको मोस्टली भारत के लोगों ने इसको आज वॉच किया होगा इस उम्मीद से कि हमारी टीम जिस तरह से प्रदर्शन कर रही थी इस मैच से पहले, वो मैच को फिर दोबारा उस तरह जाएगा। और वो दोहराने का मतलब ये कि हमारी टीम से जीत की अपेक्षा थी और वो अपेक्षाएं कुछ हद तक गुजरे हैं। पहला हाफ गुजरा है जिसके अंदर हमारे ऊपर एक गोल होता है 1 मिनट के अंदर ही, सिंह ड्रॉ करते हैं तो एक रोमांच पैदा हो जाता है और रोमांच पैदा होता है कि जब मनदीप सिंह जो है वो गोल करके 2-1 की हमको लीड दिला देते हैं और उसके बाद फिर सीन बदलता है। तो ये हॉकी का खेल आज का बड़ा अजब सा हो गया है, बहुत अजब सा खेल हो गया है कि आपकी 2 गोल की लीड या 3 गोल की लीड इसमें कोई मायने नहीं रखती, 2 सेकंड 3 सेकंड्स के अंदर इसके अंदर गोल हो जाते हैं। तो वो अपेक्षाएं जो इस भारत की टीम से हमारे देशवासियों की थी, सब खिलाड़ियों की थी, प्रधानमंत्री भी इसको सुन रहे थे, बड़ी बात तो ये है। तो ये एक वो उनकी भी अपेक्षाएं थी और वो भी ये सोचकर कि हमारी टीम इसमें बेहतर करे और जीते, ताकि हिंदुस्तान को, भारत को वो तोहफा ये टीम प्रदान कर सके कि भारत का जो है वो फाइनल में रजत पदक या गोल्ड मेडल ले सके। बहरहाल ਫਿਲਹਾਲ ਮੇਰੇ ਨਾਲ ਬੁਲੇਟਿਨ ਵਿੱਚ ਇੰਨਾ ਹੀ ਤੇ ਤੁਸੀਂ ਨਜ਼ਰ ਮਾਰੋ ਅੱਜ ਦੀਆਂ 10 ਵੱਡੀਆਂ ਸੁਰਖੀਆਂ ਤੇ। ਧੰਨਵਾਦ। ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਬੁਲਾਈ ਸਰਬਦਲੀ ਮੀਟਿੰਗ ਦੇ ਵਿੱਚ ਦੇਸ਼ ਦੇ ਕਈ ਵੱਡੇ ਨੇਤਾ ਹੋਏ ਸ਼ਾਮਿਲ। ਸਰਕਾਰ ਨੂੰ ਸੰਸਦ ਦੇ ਵਿੱਚ ਘੇਰਨ ਤੇ ਕੀਤੀ ਗਈ ਚਰਚਾ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਲਗਾਤਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਦਾ ਵਿਰੋਧ ਜਾਰੀ। ਹਰਸਿਮਰਤ ਕੌਰ ਬਾਦਲ ਨੇ ਦੂਸਰੇ ਦਿਨ ਵੀ ਹੱਥ ਦੇ ਵਿੱਚ ਬੱਲੀਆਂ ਫੜ ਕੇ ਕੀਤਾ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ। ਵਿਰੋਧੀ ਧਿਰ ਵੱਲੋਂ ਸੰਸਦ ਦੇ ਵਿੱਚ ਸਰਕਾਰ ਦਾ ਪੈਗਾਸਸ ਮਾਮਲੇ ਤੇ ਵਿਰੋਧ ਜਾਰੀ। ਕਾਂਗਰਸੀ ਨੇਤਾ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਰਕਾਰ ਬਹਿਸ ਕਰਨ ਤੋਂ ਭੱਜ ਰਹੀ ਹੈ। ਇਸ ਦੇ ਨਾਲ ਹੀ ਆਰਜੇਡੀ ਨੇਤਾ ਮਨੋਜ ਝਾਅ ਨੇ ਕਿਹਾ ਕਿ ਨੇਤਾਵਾਂ ਨੂੰ ਪੈਗਾਸਸ ਮਾਮਲੇ ਤੇ ਇਕੱਠੇ ਹੋ ਕੇ ਆਵਾਜ਼ ਚੱਕਣੀ ਚਾਹੀਦੀ ਹੈ। ਸੀਬੀਐਸਈ ਬੋਰਡ ਨੇ 10ਵੀਂ ਜਮਾਤ ਦੇ ਰਿਜ਼ਲਟ ਦਾ ਕੀਤਾ ਐਲਾਨ। ਵਿਦਿਆਰਥੀਆਂ ਦੇ ਵਿੱਚ ਪਾਈ ਗਈ ਖੁਸ਼ੀ ਦੀ ਲਹਿਰ। ਇਸ ਮੌਕੇ ਅਧਿਆਪਕਾਂ ਨੇ ਵਿਦਿਆਰਥੀਆਂ ਦਾ ਕਰਵਾਇਆ ਮੂੰਹ ਮਿੱਠਾ। ਭਾਰਤੀ ਹਾਕੀ ਟੀਮ ਦੇ ਸੈਮੀਫਾਈਨਲ ਦੇ ਵਿੱਚ ਹਾਰਨ ਤੇ ਹਾਰਦਿਕ ਦੇ ਘਰ ਦੇ ਵਿੱਚ ਮਾਇੂਸੀ ਦਾ ਮਾਹੌਲ। ਹਾਰਦਿਕ ਦੇ ਪਿਤਾ ਨੇ ਕਿਹਾ ਕਿ ਟੀਮ ਤੋਂ ਹਜੇ ਵੀ ਕਾਂਸੀ ਦਾ ਤਗਮਾ ਪ੍ਰਾਪਤ ਕਰਨ ਦੀ ਪੂਰੀ ਉਮੀਦ। ਬਠਿੰਡਾ 'ਚ ਪੀਆਰਟੀਸੀ ਅਤੇ ਪਣਬਸ ਦੇ ਕੱਚੇ ਮੁਲਾਜ਼ਮਾਂ ਨੇ ਕੀਤੀ ਹੜਤਾਲ। ਪੰਜਾਬ ਸਰਕਾਰ ਤੇ ਰੈਗੂਲਰ ਨਾ ਕਰਨ ਦੇ ਲਗਾਏ ਆਰੋਪ। ਮੁਲਾਜ਼ਮਾਂ ਨੇ ਬਠਿੰਡਾ ਦਾ ਮੇਨ ਬੱਸ ਸਟੈਂਡ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ। ਭਾਰਤੀ ਹਾਕੀ ਟੀਮ ਦੇ ਖਿਡਾਰੀ ਸਿਮਰਨਜੀਤ ਸਿੰਘ ਨੂੰ ਮੈਚ ਨਾ ਖੇਡਣ ਦੇਣ ਕਾਰਨ ਸਿਮਰਨਜੀਤ ਦੇ ਪਰਿਵਾਰ ਨੂੰ ਮਲਾਲ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਸਿਮਰਨਜੀਤ ਸਿੰਘ ਮੈਚ ਖੇਡਦਾ ਤਾਂ ਸ਼ਾਇਦ ਟੀਮ ਮੈਚ ਜਿੱਤ ਜਾਂਦੀ। ਇਸ ਦੇ ਨਾਲ ਹੀ ਪਰਿਵਾਰ ਨੂੰ ਹਜੇ ਵੀ ਟੀਮ ਤੋਂ ਕਾਂਸੀ ਦੇ ਤਗਮੇ ਜਿੱਤਣ ਦੀ ਉਮੀਦ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਪਟਿਆਲਾ ਪਹੁੰਚੀ। ਇਸ ਮੌਕੇ ਇੱਕ ਬਜ਼ੁਰਗ ਮਹਿਲਾ ਨੇ ਆਪਣੇ ਬੱਚਿਆਂ ਤੇ ਕੁੱਟਮਾਰ ਕਰਨ ਦੇ ਲਗਾਏ ਆਰੋਪ। ਮਨੀਸ਼ਾ ਗੁਲਾਟੀ ਨੂੰ ਦਿੱਤੀ ਲਿਖਤੀ ਸ਼ਿਕਾਇਤ। ਹਾਕੀ ਖਿਡਾਰੀ ਗੁਰਜੀਤ ਸਿੰਘ ਦੇ ਪਰਿਵਾਰ ਦੀਆਂ ਟੀਵੀ ਤੇ ਨਜ਼ਰਾਂ। ਪਰਿਵਾਰ ਨੂੰ ਹਜੇ ਵੀ ਟੀਮ ਤੋਂ ਕਾਂਸੀ ਦਾ ਤਗਮਾ